ਤੁਸੀਂ ਆਪਣਾ ਨਾਮ ਦੱਸ ਦਿਓ, ਕਿਹੜੀ ਆਰਗੇਨਾਈਜੇਸ਼ਨ ਤੇ ਕਿਆ ਡੈਜ਼ਿਗਨੇਸ਼ਨ ਹੈ ਤੁਹਾਡਾ? ਕਰਾਂ ਸ਼ੁਰੂ। ਮੈਂ ਮੁਕੇਸ਼ ਮਲੌਦ, ਪ੍ਰਧਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ। ਜਿਵੇਂ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਹੋ ਰਹੇ ਆ, ਸਾਰੀਆਂ ਪਾਰਟੀ ਦਲਿਤਾਂ ਦੇ ਮੁੱਦਿਆਂ ਦੀ ਗੱਲ ਕਰਦੀਆਂ ਆ। ਕਾਂਗਰਸ ਕਹਿ ਰਹੀ ਹੈ ਕਿ ਅਸੀਂ ਦਲਿਤ ਸੀਐਮ ਬਣਾਵਾਂਗੇ, ਪਹਿਲਾਂ ਵੀ ਬਣਾਇਆ ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ, ਉਹਦੇ ਨਾਮ ਦੇ ਵੋਟਾਂ ਮੰਗ ਰਹੇ ਆ। ਅਕਾਲੀ ਦਲ ਕਹਿ ਰਿਹਾ ਕਿ ਅਸੀਂ ਦਲਿਤ ਡਿਪਟੀ ਚੀਫ ਮਿਨਿਸਟਰ ਬਣਾਵਾਂਗੇ। ਆਮ ਆਦਮੀ ਪਾਰਟੀ ਵੱਲੋਂ ਵੀ ਇਹੀ ਵਾਅਦਾ ਹੋ ਰਿਹਾ। ਅਤੇ ਕਿਆ ਤੁਹਾਨੂੰ ਲੱਗਦਾ ਕਿ ਸਰਕਾਰ ਨੇ, ਜਿਹੜੀ ਕਾਂਗਰਸ ਦੀ ਸਰਕਾਰ ਆ, ਉਹਨੇ ਦਲਿਤਾਂ ਦੇ ਲਈ ਕੁਛ ਕੀਤਾ ਆ, ਜਾਂ ਫਿਰ ਟੋਕਨਿਜ਼ਮ ਹੈ ਚੰਨੀ ਨੂੰ ਸੀਐਮ ਬਣਾਉਣਾ? ਦੇਖੋ, ਇਹ ਸਿਰਫ ਇਲੈਕਸ਼ਨ ਸਟੰਟ ਆ, ਕਿਉਂਕਿ ਇਸ ਵਕਤ ਦਲਿਤਾਂ ਦੀ ਵੋਟ ਆ ਜਿਹੜੀ, ਉਹਨੂੰ ਬਟੋਰਨ ਦੇ ਲਈ ਸਾਰੀਆਂ ਪਾਰਟੀਆਂ ਇੱਕ ਰੇਸ ਦੇ ਵਿੱਚ ਨੇ। ਭਾਵੇਂ ਇਸ ਇਸ਼ੂ ਨੂੰ ਲਿਆਉਣ ਵਾਲੇ ਭਾਜਪਾ, ਜਿਹਨੇ ਕਿਹਾ ਵੀ ਇੱਥੇ 70 ਸਾਲ ਹੋ ਗਏ ਜੀ, ਦਲਿਤਾਂ ਦਾ ਕੋਈ ਚਿਹਰਾ ਨਹੀਂ ਸੀਐਮ ਬਣਿਆ, ਉਹ ਇਸ ਇਸ਼ੂ ਨੂੰ ਲੈ ਕੇ ਆਉਂਦੇ ਨੇ। ਪਰ ਜੇ ਇਹਨੂੰ ਦੇਖਣਾ ਹੋਵੇ ਤਾਂ ਜਿਹੜੀ ਮਨੂਵਾਦ ਨੂੰ ਇੱਥੇ ਲਾਗੂ ਕਰਨ ਵਾਲੀ ਪਾਰਟੀ ਆ, ਉਹਨੂੰ ਦਲਿਤਾਂ ਦਾ ਜੇ ਕੋਈ ਹੇਜ ਆ ਰਿਹਾ ਤਾਂ ਮੈਨੂੰ ਲੱਗਦਾ ਵੀ ਇਹ ਸਪਸ਼ਟ ਆ ਵੀ ਇਹ ਡਰਾਮਾ। ਅਤੇ ਉਸੇ ਰੇਸ ਨੂੰ ਅੱਗੇ ਵਧਾਉਂਦੇ ਹੋਏ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਕੀਤਾ, ਕਾਂਗਰਸ ਨੇ ਚੰਨੀ ਨੂੰ ਜਿਹੜਾ ਸੀਐਮ ਲਾਇਆ। ਪਰ ਦਲਿਤਾਂ ਦੇ ਹਾਲਾਤ ਕਿਵੇਂ ਬਦਲ ਸਕਦੇ ਨੇ, ਇਸ ਗੱਲ ਦੇ ਉੱਤੇ ਗੱਲ ਕਰਨ ਲਈ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕੋਈ ਇਸ ਇਸ਼ੂ ਨੂੰ ਨਹੀਂ ਲੈ ਕੇ ਆਇਆ ਵੀ ਦਲਿਤਾਂ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਹੈ ਜਿਹੜੀ, ਉਹ ਅਸੀਂ ਦਲਿਤਾਂ ਨੂੰ ਪੱਕੇ ਤੌਰ 'ਤੇ ਦੇਣ ਦੇ ਜ਼ਿੰਮੇਵਾਰ ਹੋਵਾਂਗੇ। ਕੋਈ ਇਸ ਇਸ਼ੂ ਨੂੰ ਨਹੀਂ ਲੈ ਕੇ ਆਇਆ ਵੀ ਸੀਲਿੰਗ ਐਕਟ ਤੋਂ ਉੱਪਰਲੀ ਜਿਹੜੀ ਜ਼ਮੀਨ ਆ ਉਹ ਬੇਜ਼ਮੀਨੇ ਲੋਕਾਂ 'ਚ ਵੰਡੀ ਜਾਣੀ ਚਾਹੀਦੀ ਆ। ਇਸ ਮੁੱਦੇ ਦੇ ਉੱਤੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ। ਸਿਰਫ ਉਹਨਾਂ ਨੂੰ ਇੱਕ ਚਮਕਾਰਾ ਦਿਖਾ ਕੇ ਉਹਨਾਂ ਦੀਆਂ ਵੋਟਾਂ ਖਿੱਚਣ ਦੀ ਜਿਹੜੀ ਰਾਜਨੀਤੀ ਆ ਉਹ ਹੋ ਰਹੀ ਆ। ਹਾਂਜੀ, ਅਤੇ ਦੱਸੋਗੇ ਕਿ ਜਿਹੜਾ ਪੰਚਾਇਤੀ ਜ਼ਮੀਨ ਵਾਲਾ ਮਸਲਾ ਕੀ ਆ? ਲੋਕਾਂ ਨੂੰ ਜ਼ਿਆਦਾਤਰ ਪਤਾ ਹੀ ਨਹੀਂ ਹੈਗਾ ਕਿ ਕਿਆ ਆ 1/3 ਲੈਂਡ ਕੀ ਹੁੰਦੀ ਆ, ਕਿਆ ਮੁੱਦਾ ਆ, ਔਰ ਉਹਨਾਂ ਨੂੰ ਦਲਿਤਾਂ ਨੂੰ ਮਿਲ ਕਿਉਂ ਨਹੀਂ ਰਹੀ ਜ਼ਮੀਨ? ਦੇਖੋ, ਪੰਚਾਇਤੀ ਰਾਜ ਐਕਟ ਆ ਜਿਹੜਾ, ਉਹਦੇ ਵਿੱਚ ਸਾਫ਼ ਤੌਰ 'ਤੇ ਇਹ ਕਾਨੂੰਨ ਬਣਿਆ ਹੋਇਆ ਵੀ ਪਿੰਡ ਦੀ ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਜਿਹੜਾ ਉਹ ਦਲਿਤਾਂ ਦੇ ਲਈ ਰਾਖਵਾਂ ਰੱਖਿਆ ਜਾਂਦਾ, ਜਿਹਦੀ ਬੋਲੀ ਸਿਰਫ ਦਲਿਤ ਨੂੰ ਦੇਣ ਦਾ ਅਧਿਕਾਰ ਆ। ਪਰ ਹੁੰਦਾ ਐਵੇਂ ਹੀ ਆ ਵੀ ਦਲਿਤ ਦੇ ਨਾਮ 'ਤੇ ਬੋਲੀ ਹੁੰਦੀ ਆ, ਪਰ ਉਸ ਜ਼ਮੀਨ ਦੇ ਉੱਤੇ ਜਿਹੜੀ ਵਾਹੀ ਆ ਉਹ ਪਿੰਡ ਦੇ ਕੁਝ ਜਿਹੜੇ ਰਸੂਖਵਾਨ ਬੰਦੇ ਨੇ ਉਹ ਕਰਦੇ ਨੇ। ਇਹਦੇ ਵਿੱਚ ਜਦੋਂ ਅਸੀਂ ਇਸ ਮਸਲੇ ਨੂੰ ਉਠਾਇਆ ਤਾਂ ਪਿੰਡ ਦੀ ਪੰਚਾਇਤ ਤੋਂ ਲੈ ਕੇ ਪੰਚਾਇਤ ਮੰਤਰੀ ਤੱਕ ਉਹਨਾਂ ਦਾ ਸਭ ਦਾ ਇੱਕੋ ਹੀ ਨਜ਼ਰੀਆ ਸੀ ਵੀ ਜੇ ਬੇਜ਼ਮੀਨੇ ਲੋਕ ਜ਼ਮੀਨਾਂ ਵਾਲੇ ਹੋ ਗਏ ਤਾਂ ਸਾਡੇ ਹੁਕਮ ਨੇ ਜਿਹੜੇ ਕੌਣ ਮੰਨੂਗਾ। ਇਸ ਤਰ੍ਹਾਂ ਦਾ ਉਹਨਾਂ ਦਾ ਰਵੱਈਆ ਸੀ। ਨਹੀਂ, ਕਾਨੂੰਨ ਮੁਤਾਬਕ ਉਹਨਾਂ ਦੀ ਬਣਦੀ ਜ਼ਮੀਨ ਉਹਨਾਂ ਨੂੰ ਦੇਣ ਤੋਂ ਜਿਹੜਾ ਸਾਫ਼ ਤੌਰ 'ਤੇ ਟਾਲਾ ਵੱਟਿਆ ਜਾਂਦਾ। ਇਸ ਜ਼ਮੀਨ ਨੂੰ ਪ੍ਰਾਪਤ ਕਰਨ ਦੇ ਲਈ ਦਲਿਤਾਂ ਨੂੰ ਘੱਟੋ ਘੱਟ 3 ਦਰਜਨ ਦੇ ਕਰੀਬ ਜਿਹੜੇ ਮੁਕੱਦਮੇ ਨੇ ਉਹ ਚੱਲਣੇ ਪਏ ਨੇ। ਪੁਲਿਸ ਦੀਆਂ ਲਾਠੀਆਂ ਨੇ ਜਿਹੜੀਆਂ ਉਹ ਖਾਣੀਆਂ ਪਈਆਂ ਨੇ, ਅਤੇ ਬੁਰਾ ਉਹਨਾਂ ਨਾਲ ਜਿਹੜਾ ਸਮਾਜਿਕ ਬਾਈਕਾਟ ਤੱਕ ਦਾ ਜਿਹੜਾ ਹਾਲਾਤ ਆ ਉਹਨਾਂ ਨੂੰ ਉਹ ਝੱਲਣਾ ਪਿਆ ਪਿੰਡਾਂ ਦੇ ਅੰਦਰ। ਕਿਹੜੇ ਪਿੰਡ ਦੀ ਗੱਲ ਹੈ ਜੀ? ਇਹ ਬਲਦ ਕਲਾਂ ਤੋਂ ਸ਼ੁਰੂ ਹੋਇਆ, ਜਲੂਰ, ਝਨੇੜੀ, ਤੋਲੇਵਾਲ, ਤੰਦੀਵਾਲ, ਜਿਨ੍ਹਾਂ ਪਿੰਡਾਂ ਦੇ ਵਿੱਚ ਮਤਲਬ ਬਹੁਤ ਤਿੱਖੀਆਂ ਜਿਹੜੀਆਂ ਲੜਾਈਆਂ ਹੋਈਆਂ ਨੇ, ਜਿਹਦੇ 'ਚ ਜਲੂਰ ਇਸ ਚੀਜ਼ ਦਾ ਸਿਖਰ ਸੀ, ਜਿੱਥੇ ਮਾਤਾ ਗੁਰਦੇਵ ਕੌਰ, ਜਿਨ੍ਹਾਂ ਦੀ ਪਿੰਡ ਦੇ ਕੁਝ ਧਨਾੜ ਚੌਧਰੀਆਂ ਵੱਲੋਂ ਲੱਤ ਵੱਢ ਦਿੱਤੀ ਗਈ, ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ। ਅਤੇ ਪ੍ਰਸ਼ਾਸਨ ਨੇ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਜਿਹੜਾ ਪੀੜਤ ਧਿਰ ਸੀ ਉਹਨਾਂ ਨੂੰ ਹੀ ਗ੍ਰਿਫਤਾਰ ਕਰਕੇ ਉਸ ਸਮੇਂ ਜੇਲ੍ਹਾਂ ਦੇ ਵਿੱਚ ਡੱਕਿਆ। ਔਰ ਇਹਦੇ 'ਚ ਸਭ ਤੋਂ ਹੈਰਾਨੀ ਵਾਲੀ ਗੱਲ ਜਿਹੜੀ ਇਹ ਆ ਵੀ ਉਸ ਟਾਈਮ ਭਾਵੇਂ ਅਕਾਲੀ ਦਲ ਦੀ ਸਰਕਾਰ ਸੀ, ਪਰ ਕਾਂਗਰਸ ਆਉਣ ਤੋਂ ਬਾਅਦ ਵੀ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਉਹਨਾਂ ਦਾ ਪੱਖ ਪੂਰਨ ਦਾ ਹੀ ਕੰਮ ਜਿਹੜਾ ਉਹ ਚੱਲਦਾ ਰਿਹਾ। ਇਸ ਮਸਲੇ ਦੇ ਉੱਤੇ ਬਹੁਜਨ ਸਮਾਜ ਪਾਰਟੀ ਨੇ ਵੀ ਚੁੱਪ ਵੱਟੀ। ਉਹਨੇ ਵੀ ਉਹਨਾਂ ਦੋਸ਼ੀਆਂ ਦੇ ਹੱਕ 'ਚ ਬਿਆਨ ਦੇ ਕੇ ਇਹ ਕਿਹਾ ਵੀ ਜਿਹੜੇ ਇਹ ਜ਼ਮੀਨ ਪ੍ਰਾਪਤੀ ਵਾਲੇ ਨੇ ਇਹ ਮਾਹੌਲ ਖ਼ਰਾਬ ਕਰ ਰਹੇ ਨੇ। ਈਵਨ ਕਿ ਭਗਵੰਤ ਮਾਨ ਜਿਹੜਾ ਆਮ ਲੋਕਾਂ ਦਾ ਜਿਹੜਾ ਨੁਮਾਇੰਦਾ ਕਹਾਉਂਦਾ ਆਮ ਆਦਮੀ ਪਾਰਟੀ ਦਾ, ਉਹਨੇ ਵੀ ਇਹਦੇ 'ਤੇ ਸਿਰਫ ਇਹ ਕਹਿ ਕੇ ਵੀ ਭਾਈਚਾਰਕ ਸਾਂਝ ਬਣਾ ਕੇ ਰੱਖੋ, ਇਹ ਤੋਂ ਜ਼ਿਆਦਾ ਸ਼ਬਦ ਨਹੀਂ ਵਰਤੇ। ਉਹਨਾਂ ਤੋਂ ਇਹ ਸ਼ਬਦ ਕਦੇ ਵੀ ਨਹੀਂ ਨਿਕਲੇ ਵੀ ਇਹ ਦਲਿਤਾਂ ਦਾ ਹਿੱਸਾ ਅਤੇ ਉਹਨਾਂ ਨੂੰ ਉਹ ਮਿਲਣਾ ਚਾਹੀਦਾ। ਉਹ ਸਿਰਫ ਇਸ ਕਰਕੇ ਵੀ ਉਹਨਾਂ ਦੀ ਜਿਹੜੀ ਅਪਰ ਕਾਸਟ ਦੀ ਵੋਟ ਆ ਉਹ ਖਰਾਬ ਨਹੀਂ ਹੋਣੀ ਚਾਹੀਦੀ। ਦਲਿਤ ਭਾਵੇਂ ਕਿਸੇ ਵੀ ਹਾਲਤ ਦੇ ਵਿੱਚ ਉਹ ਜਿਉਣ, ਉਹਨਾਂ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ। ਓਕੇ, ਜਦੋਂ ਸੀਐਮ ਚਰਨਜੀਤ ਸਿੰਘ ਚੰਨੀ ਪੰਜਾਬ ਦਾ ਬਣਿਆ ਅਤੇ ਕੈਪਟਨ ਅਮਰਿੰਦਰ ਸਿੰਘ ਗਏ ਛੱਡ ਕੇ, ਉਹਨਾਂ ਨੂੰ ਮਜਬੂਰ ਕਰਤਾ, ਪਾਰਟੀ ਨੇ ਹਟਾਤਾ ਅਤੇ ਚੰਨੀ ਨੂੰ ਬਣਾਇਆ। ਅਤੇ ਉਸ ਤੋਂ ਬਾਅਦ ਕਿਆ ਦਲਿਤਾਂ ਦੇ ਲਈ ਕੋਈ ਸਿੰਪਥੀ ਹੈਗੀ ਤੀ? ਉਹਨੂੰ ਲੱਗਿਆ ਕਿ ਆਪਣੀ ਕਮਿਊਨਿਟੀ ਦੇ ਲੋਕ ਆ,
ਇਹਨਾਂ ਦੇ ਲਈ ਕੋਈ ਕੰਮ ਕਰਾਂ, ਤੁਸੀਂ ਕੋਈ ਪ੍ਰੋਟੈਸਟ ਕਰਿਆ ਇੱਦਾਂ ਦਾ? ਦੇਖੋ, ਇਸ ਗੱਲ ਦਾ ਪ੍ਰੋਪੇਗੈਂਡਾ ਬੜਾ ਕੀਤਾ ਤੁਸੀਂ। ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਨੇ ਤਾਂ ਰੋਡ ਦੇ ਉੱਤੇ ਪੂਰੇ ਪੰਜਾਬ ਦੇ ਅੰਦਰ ਫਲੈਕਸਾਂ 'ਚ ਇਸ ਤਰ੍ਹਾਂ ਦੇ ਚਿਹਰੇ ਲੱਭ ਕੇ ਜਿਹੜੇ ਸ਼ਕਲ ਤੋਂ ਗਰੀਬ ਤੇ ਐਨ ਦੁਖਦਾਈ ਲੱਗਦੇ ਹੋਣ, ਉਹਨਾਂ ਨਾਲ ਫੋਟੋਆਂ ਕਰਾ ਕੇ ਬੈਨਰਾਂ ਦੇ ਉੱਤੇ ਤਾਂ ਚਿਪਕਾਈਆਂ ਗਈਆਂ। ਇਹ ਵੀ ਪ੍ਰਚਾਰ ਕੀਤਾ ਵੀ ਮੈਂ ਆਮ ਲੋਕਾਂ ਦੇ ਵਿੱਚੋਂ ਆ ਤੇ ਹਰ ਕੋਈ ਇਨਸਾਨ ਆ ਜਿਹੜਾ ਸਾਨੂੰ ਮਿਲ ਸਕਦਾ। ਪਰ ਜਦੋਂ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਦੇ ਲਈ ਜਾਂ ਪ੍ਰੋਟੈਸਟ ਕਰਕੇ ਉਹਨਾਂ ਨਾਲ ਮੀਟਿੰਗ ਦੀ ਗੱਲ ਕੀਤੀ ਤਾਂ ਉਹਨਾਂ ਨੇ ਮਜ਼ਦੂਰ ਜਥੇਬੰਦੀਆਂ ਨਾਲ, ਦਲਿਤ ਜਥੇਬੰਦੀਆਂ ਨਾਲ ਮੀਟਿੰਗ ਕਰਨ ਤੋਂ ਸਾਫ਼ ਕੋਰਾ ਇਨਕਾਰ ਕੀਤਾ ਵੀ ਮੈਂ ਇਹਨਾਂ ਨਾਲ ਕੋਈ ਗੱਲ ਨਹੀਂ ਕਰਨੀ। ਈਵਨ ਕਿ ਜਿਹੜਾ 6 ਮਜ਼ਦੂਰ ਜਥੇਬੰਦੀਆਂ ਦਾ ਸੰਗਠਨ ਬਣਿਆ ਹੋਇਆ ਸੀ, ਉਹਨਾਂ ਦੇ ਵੱਲੋਂ 2 ਵਾਰ ਪ੍ਰੋਟੈਸਟ ਕੀਤਾ ਗਿਆ, ਪਰ ਉਹਨਾਂ ਦੇ ਕਹੇ 'ਤੇ, ਉਹਨਾਂ ਦੇ ਪ੍ਰੋਟੈਸਟ ਦੀ ਦਾਬ ਦੀ ਬਜਾਏ ਕਿਸਾਨ ਆਰਗੇਨਾਈਜੇਸ਼ਨ ਦੀ ਸਿਫਾਰਿਸ਼ 'ਤੇ ਉਹਨਾਂ ਦੇ ਨਾਲ ਜਿਹੜੀ ਚੰਨੀ ਸਾਹਿਬ ਨੇ ਮੀਟਿੰਗ ਕੀਤੀ ਆ, ਨਹੀਂ ਉਹ ਸਿੱਧੇ ਮਜ਼ਦੂਰਾਂ ਨਾਲ ਗੱਲ ਕਰਨ ਨੂੰ ਵੀ ਤਿਆਰ ਨਹੀਂ ਸੀ। ਇਸ ਕਰਕੇ ਜੇ ਕੋਈ ਇਹ ਕਹਿੰਦਾ ਬਈ ਉਹ ਮਜ਼ਦੂਰ ਪੱਖੀ ਨੇ ਜਾਂ ਦਲਿਤਾਂ ਦਾ ਕੁਛ ਸੰਵਾਰ ਦੇਣਗੇ, ਤਾਂ ਇਹ ਨਹੀਂ ਸਮਝਣਾ ਚਾਹੀਦਾ ਵੀ ਉਹਨਾਂ ਨੇ ਉਸੇ ਪਾਰਟੀ ਦੀ ਨੀਤੀ ਤਹਿਤ ਕੰਮ ਕਰਨਾ ਤੇ ਉਹ ਉਸੇ ਕਲਾਸ ਦੇ ਵਿੱਚੋਂ ਨੇ ਜਿਹੜੀ ਉਹ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਦੀ ਆ, ਜਿਹਨੇ ਮਜ਼ਦੂਰਾਂ ਦੇ ਪਲਾਟ ਦੇਣ ਦੀ ਜਿਹੜੀ ਕੈਪਟਨ ਨੇ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਵਾਅਦਾ ਕੀਤਾ, ਅਖਬਾਰਾਂ ਦੇ ਵਿੱਚ ਵੱਡੇ ਉਹ ਪੋਸਟਰ ਛਪਵਾ ਕੇ ਇੱਕ ਲੈਟਰ ਜਾਰੀ ਕੀਤਾ ਵੀ ਇਸ ਲੈਟਰ ਰਾਹੀਂ ਤੁਹਾਨੂੰ ਜ਼ਮੀਨਾਂ ਮਿਲਣਗੀਆਂ। ਪਰ ਉਹੀ ਸਟੰਟ ਆ ਜਿਹੜਾ ਚੰਨੀ ਸਾਹਿਬ ਨੇ ਕੀਤਾ, ਪਰ ਉਹ ਗਰਾਊਂਡ ਦੇ ਉੱਤੇ ਪਲਾਟ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਲੋਕ ਕਬਜ਼ਾ ਕਰਕੇ ਪਿਛਲੇ ਸਾਲਾਂ ਤੋਂ ਬੈਠੇ ਸੀ, ਉਹ ਵੀ ਉਹਨਾਂ ਤੋਂ ਖੋਹ ਲਏ ਗਏ। ਨਵੇਂ ਮਿਲਣੇ ਤਾਂ ਬਹੁਤ ਦੂਰ ਦੀ ਗੱਲ ਆ। ਚੰਨੀ ਨਾਲ ਮੀਟਿੰਗ ਕਰਨ ਦੀ ਤੁਸੀਂ ਕਿੰਨੀ ਵਾਰੀ ਕੋਸ਼ਿਸ਼ ਕੀਤੀ ਆ? ਉਹਦੇ ਲਈ ਕੋਈ ਧਰਨਾ ਲਾਇਆ ਜਾਂ ਕਿਆ ਕੁਛ ਕੀਤਾ ਵਾ? ਅਸੀਂ ਇਹ ਬੜੀ ਦਿਲਚਸਪ ਗੱਲ ਆ ਵੀ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਤਾਂ ਅਸੀਂ ਆਪਣੇ ਲੋਕਾਂ ਨਾਲ ਗੱਲ ਕੀਤੀ ਵੀ ਅਸੀਂ ਆਪਣੀ ਜ਼ਮੀਨ ਦੇ ਮਸਲੇ ਦੀ ਮੰਗ ਲੈ ਕੇ ਚੱਲੀਏ। ਤਾਂ ਲੋਕਾਂ ਨੇ ਕਿਹਾ ਵੀ ਆਪਾਂ ਧਰਨਾ ਨਹੀਂ ਲਾਉਣਾ, ਹੁਣ ਸਾਡਾ ਮੁੱਖ ਮੰਤਰੀ ਬਣ ਗਿਆ ਤੇ ਆਪਾਂ ਨੂੰ ਮੁਲਾਕਾਤ ਕਰਨੀ ਚਾਹੀਦੀ ਆ। ਤਾਂ ਅਸੀਂ ਆਪਣੇ ਪੋਸਟਰ ਰਾਹੀਂ ਵੀ, ਆਪਣੇ ਜਿਹੜੇ ਬਿਆਨ ਸੀ ਉਹਨਾਂ ਰਾਹੀਂ ਵੀ, ਅਸੀਂ ਉਹ ਪ੍ਰੋਟੈਸਟ ਦੀ ਥਾਂ 'ਤੇ ਉਹਨੂੰ ਇੱਕ ਮੁਲਾਕਾਤ ਦਾ ਨਾਮ ਦਿੱਤਾ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਮਰਿੰਡੇ ਗਏ। ਉਸ ਟਾਈਮ CM ਸਾਹਿਬ ਉੱਥੇ ਮੌਜੂਦ ਸੀ ਆਪਣੀ ਕੋਠੀ ਦੇ ਵਿੱਚ ਮਰਿੰਡੇ, ਤੇ ਹਜ਼ਾਰਾਂ ਲੋਕ ਨੇ ਜਿਹੜੇ ਉਹਨਾਂ ਦੇ ਸ਼ਹਿਰ ਦੇ ਵਿੱਚ ਦਲਿਤ ਇਕੱਠੇ ਹੁੰਦੇ ਨੇ। ਤੇ ਜਦੋਂ ਅਸੀਂ ਉਹਨਾਂ ਦੀ ਕੋਠੀ ਅੱਗੇ ਜਾਂਦੇ ਹਾਂ, ਉੱਥੇ ਤੱਕ ਜਾਣ ਤੱਕ ਉਹਨਾਂ ਦੇ ਮਾਰਚ ਦੇ ਵਿੱਚ ਇੱਕ ਵੀ ਨਾਅਰਾ ਜਿਹੜਾ ਉਹ CM ਸਾਹਿਬ ਦੇ ਖਿਲਾਫ ਨਹੀਂ ਲੱਗਦਾ। ਪਰ ਜਦੋਂ ਜਿਹੜੀ ਪੁਲਿਸ ਆ ਉੱਥੋਂ ਡੰਡੇ ਮਾਰ ਕੇ ਉਹਨਾਂ ਲੋਕਾਂ ਨੂੰ ਭਜਾਉਂਦੀ ਆ ਵੀ CM ਸਾਹਿਬ ਤੁਹਾਨੂੰ ਮਿਲਣ ਨੂੰ ਤਿਆਰ ਨਹੀਂ ਹੈ, ਤਾਂ ਉਦੋਂ ਲੋਕਾਂ ਦਾ ਵੀ ਜਿਹੜਾ ਫਿਰ ਰੋਹ ਦੇਖਣ ਨੂੰ ਮਿਲਦਾ ਤੇ ਉੱਥੇ ਕਾਫੀ ਜਿਹੜਾ ਫਿਰ ਕਲੈਸ਼ ਹੁੰਦਾ। ਤੇ ਬੁਰੀ ਤਰ੍ਹਾਂ ਜਿਹੜੀਆਂ ਉਹ ਔਰਤਾਂ ਇਹ ਆਸ ਨਾਲ ਗਈਆਂ ਸੀ ਵੀ ਸ਼ਾਇਦ ਉਹਨਾਂ ਵੱਟਾਂ ਬੰਨਿਆਂ ਤੇ ਜਲੀਲ ਹੋਣ ਦਾ ਸਾਡਾ ਸਮਾਂ ਚਲਿਆ ਗਿਆ, ਸਾਡਾ ਮੁੱਖ ਮੰਤਰੀ ਬਣ ਗਿਆ। ਤੇ ਉੱਥੋਂ ਉਹ ਕੋਈ ਸਿਰਾਂ ਦੇ ਵਿੱਚੋਂ, ਕੋਈ ਬਾਹਾਂ ਦੇ ਵਿੱਚੋਂ ਉਹਨਾਂ ਦੇ ਲਹੂ ਚੋਂਦਾ ਸੀ ਤੇ ਉਹ ਰੋਂਦੀਆਂ ਜਿਹੜੀਆਂ ਵਾਪਸ ਮੁੜੀਆਂ ਨੇ। ਇਹ ਮਤਲਬ ਸਾਰੀ ਸਥਿਤੀ ਆ ਇਹ ਰਹੀ ਆ। ਇਸ ਕਰਕੇ ਜੇ ਕੋਈ ਇਹ ਕਹਿਣਾ ਹੋਵੇ ਵੀ CM ਜਿਹੜਾ ਉਹ ਐਸੀ ਚਿਹਰਾ ਬਣਨ ਨਾਲ ਕੋਈ ਹਾਲਾਤ ਬਦਲ ਜਾਣਗੇ, ਤਾਂ ਰਾਸ਼ਟਰਪਤੀ ਵੀ ਸਾਡਾ CM ਦਲਿਤ ਆ। ਤੇ ਜੇ ਕਹਿਣਾ ਹੋਵੇ ਤਾਂ ਇਹ ਵੀ ਐਸੀ ਚਿਹਰਾ, ਤਾਂ ਇਹ ਸਾਫ਼ ਤੌਰ 'ਤੇ ਪੋਜੀਸ਼ਨ ਆ ਵੀ ਉਹ ਉਹਨਾਂ ਦੀ ਕਲਾਸ ਦੇ ਨਾਲ ਖੜੇ ਨੇ ਤੇ ਸਾਡੇ ਲੋਕਾਂ ਦੀ ਉਹ ਗੱਲ ਨਹੀਂ ਕਰਨਗੇ। CM ਨੇ SC ਲੋਕਾਂ ਦੇ ਉੱਤੇ ਲਾਠੀਚਾਰਜ ਕਰਵਾਤਾ। ਇਹਦੀ ਮੈਂ ਇੱਕ ਬੜੀ ਦਿਲਚਸਪ ਤੁਹਾਨੂੰ ਗੱਲ ਦੱਸਦਾ ਬਈ, ਇੱਕ ਸੁਨਾਮ ਦੇ ਨੇੜੇ ਪਿੰਡ ਆ ਸੰਗਤੀ ਵਾਲਾ, ਜਿੱਥੇ ਦਲਿਤਾਂ ਦੀ ਪੁਰਾਣੀ ਜ਼ਮੀਨ ਉਹਨਾਂ ਦੇ ਫਰਦ ਨਾਮ 'ਤੇ ਬੋਲਦੀ ਆ, ਉਹਨਾਂ ਦੇ ਹਿੱਸੇ ਦੀ ਜ਼ਮੀਨ ਸੀ, ਜਿੱਥੇ ਉਹਨਾਂ ਨੇ ਇਹ ਮੰਗ ਰੱਖੀ ਵੀ ਸਾਡਾ ਅੰਬੇਦਕਰ ਭਵਨ ਆ ਜਿਹੜਾ ਉਹ ਬਣਾ ਦਿਓ। ਔਰ ਉਸ ਪਿੰਡ ਦਾ ਸਰਪੰਚ ਵੀ SC, ਔਰ ਉਸ ਜ਼ਿਲ੍ਹੇ ਦਾ ਸੰਗਰੂਰ ਦਾ DC ਵੀ SC, ਉਸ ਹਲਕੇ ਦੇ ਵਿੱਚੋਂ ਜਿੱਤਿਆ ਹੋਇਆ ਆਮ ਆਦਮੀ ਪਾਰਟੀ ਦਾ ਚੀਮਾ ਸਾਹਿਬ ਉਹ ਵੀ SC, ਵਿਰੋਧੀ ਧਿਰ ਦਾ ਨੇਤਾ ਵੀ SC, ਤੇ CM ਵੀ SC ਤੇ ਰਾਸ਼ਟਰਪਤੀ ਵੀ SC। ਸਾਰੇ ਮੁੱਖ ਅਹੁਦਿਆਂ ਦੇ ਉੱਤੇ SC ਹੋਣ ਦੇ ਬਾਵਜੂਦ ਉਹਨਾਂ ਦੀ ਅੰਬੇਦਕਰ ਭਵਨ ਦੀ ਕੋਈ ਸੁਣਵਾਈ ਨਹੀਂ ਹੁੰਦੀ। ਇੱਥੋਂ ਤੱਕ ਕਿ ਜਿਹੜਾ SC ਕਮਿਸ਼ਨ ਆ ਉਹ ਉੱਥੇ ਰਿਪੋਰਟ ਸਾਰੀ ਜਾ ਕੇ ਬਣਾਉਂਦਾ, ਉਹ ਬਣਾਉਣ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਕਰਦਾ ਵੀ ਦਲਿਤਾਂ ਦੀ ਜ਼ਮੀਨ ਆ, ਉਹਨਾਂ ਨੂੰ ਉਹ 'ਤੇ ਬਣਨਾ ਚਾਹੀਦਾ, ਉਹਨਾਂ ਦਾ ਹੱਕ ਆ, ਪਰ ਉਸ ਚੀਜ਼ ਨੂੰ ਜਿਹੜਾ ਇੰਪਲੀਮੈਂਟ ਨਹੀਂ ਕੀਤਾ ਜਾ ਸਕਿਆ। ਤਾਂ ਇਹ ਗੱਲ ਸਾਬਤ ਕਰਦੀ ਆ ਵੀ ਕਿਸੇ SC ਨੂੰ ਕਿਸੇ ਉੱਚ ਅਹੁਦੇ 'ਤੇ ਕੁਰਸੀ 'ਤੇ ਬਿਠਾ ਕੇ ਮਸਲਾ ਹੱਲ ਨਹੀਂ ਹੋਣਾ। ਇਹਦੇ ਲਈ ਉਹ ਸਟਰਗਲ ਆ ਜਿਹੜੀ ਉਹ ਬਿਲਡ ਕਰਨੀ ਪੈਣੀ ਆ, ਜਿਹਨੇ ਲੋਕਾਂ ਦੇ ਹਾਲਾਤ ਬਦਲਣੇ ਨੇ। ਜਦੋਂ ਪੈਦਾਵਾਰੀ ਸਾਧਨਾਂ ਦੇ ਵਿੱਚ ਉਹਨਾਂ ਦੀ ਹਿੱਸੇਦਾਰੀ ਹੋਊਗੀ ਤਾਂ ਉਹਨਾਂ ਨਾਲ ਇੱਕੋ ਜਿਹਾ ਬਿਹੇਵ ਆ ਜਿਹੜਾ ਕੀਤਾ ਜਾਊਗਾ, ਨਹੀਂ ਉਹਨਾਂ ਦੇ ਹਾਲਾਤ ਨੇ ਜਿਹੜੇ ਲੋਕਾਂ ਦੇ ਨਹੀਂ ਬਦਲ ਸਕਦੇ।
ਅੱਛਾ ਜੀ, ਤੇ ਇਸ ਤੋਂ ਇਲਾਵਾ ਕਿ ਕਈ ਪਿੰਡਾਂ ਦੇ ਵਿੱਚ ਜਦ ਦਲਿਤਾਂ ਨੂੰ ਪੰਚਾਇਤੀ ਜ਼ਮੀਨ ਨਹੀਂ ਮਿਲੀ, ਬੋਲੀ ਨਹੀਂ ਹੋਈ ਕਿਉਂਕਿ ਕੈਂਸਲ ਹੋ ਗਈ ਬੋਲੀ, ਤਾਂ ਕਿਤੇ ਜਾ ਕੇ ਦਲਿਤਾਂ ਨੇ ਫਿਰ ਧੱਕੇ ਨਾਲ ਵੀ ਖੇਤੀ ਕਰਨ ਦੀ ਕੋਸ਼ਿਸ਼ ਕਰੀ ਆ ਕਿ ਤੁਸੀਂ ਨਹੀਂ ਦੇਣੀ ਤੇ ਅਸੀਂ ਆਪੇ ਖੇਤੀ ਕਰ ਲੈਂਦੇ ਜਿਹੜੀ ਸਾਡੇ ਹਿੱਸੇ ਦੀ ਜ਼ਮੀਨ ਆ। ਦੇਖੋ ਅੱਜ ਵੀ ਜੇ ਅਸੀਂ ਦੇਖੀਏ ਤਾਂ ਸ਼ਾਦੀ ਹਰੀ ਪਿੰਡ ਆ ਲਹਿਰੇ ਦਿੜਬੇ ਦੇ ਨੇੜੇ, ਉਸ ਪਿੰਡ ਦੇ ਵਿੱਚ ਪਿਛਲੇ 10 ਮਹੀਨਿਆਂ ਤੋਂ ਜਿਹੜੇ ਐਸਸੀ ਭਾਈਚਾਰੇ ਦੇ ਲੋਕ ਨੇ ਆਪਣੀ ਜ਼ਮੀਨ ਦੇ ਵਿੱਚ ਕਬਜ਼ਾ ਕਰਕੇ ਬੈਠੇ ਹੋਏ ਨੇ। ਭਾਵੇਂ ਉਹ ਨਜ਼ੂਲ ਸੁਸਾਇਟੀ ਦੀ ਜ਼ਮੀਨ ਦਾ ਮਾਮਲਾ, ਪ੍ਰਸ਼ਾਸਨ ਉਹਨੂੰ ਹੱਲ ਕਰਨ ਦੀ ਬਜਾਏ ਉਹਨੂੰ ਲਟਕਾ ਰਿਹਾ। ਇਸੇ ਤਰ੍ਹਾਂ ਸ਼ੇਰਪੁਰ ਬਲਾਕ ਦਾ ਸੰਗਰੂਰ ਡਿਸਟ੍ਰਿਕਟ ਦਾ ਹੇੜੀ ਕੇ ਪਿੰਡ ਆ, ਜਿੱਥੇ ਉਹਨਾਂ ਨੇ ਡੰਮੀ ਬੋਲੀ ਕਰਵਾਤੀ ਪੰਚਾਇਤ ਨੇ ਪ੍ਰਸ਼ਾਸਨ ਨਾਲ ਰਲ ਕੇ, ਪਰ ਉਸ ਜ਼ਮੀਨ ਦੇ ਵਿੱਚ ਉਹ ਸਾਰੇ ਐਸੀ ਭਾਈਚਾਰੇ ਦੇ ਲੋਕ ਨੇ ਜਿਹੜੇ ਉਹ ਇਕੱਠੇ ਹੋ ਕੇ ਉਸ ਜ਼ਮੀਨ 'ਚ ਬੈਠੇ ਨੇ, ਉਹਨਾਂ ਨੇ ਉਹਨਾਂ ਡੰਮੀ ਬੋਲੀਕਾਰਾਂ ਨੂੰ ਉਸ ਜ਼ਮੀਨ ਦੇ ਵਿੱਚ ਵੜਨ ਨਹੀਂ ਦਿੱਤਾ। ਤੇ ਉਹ ਸਾਨੂੰ ਲੱਗਦਾ ਵੀ ਇੱਕੋ ਹੀ ਇੱਕ ਰਸਤਾ, ਜੇ ਅਸੀਂ ਇਹਨਾਂ ਤੋਂ ਆਸ ਕਰਾਂਗੇ ਲੀਡਰਾਂ ਤੋਂ ਵੀ ਇਹ ਕੁਝ ਸੰਵਾਰਨਗੇ, ਤਾਂ ਉਹਨਾਂ ਨੇ ਸਾਡਾ ਕੋਈ ਨਹੀਂ ਸੰਵਾਰਨਾ। ਇਹ ਉਸ ਪਾਸੇ ਵੱਲ ਝੁਕਦੇ ਨੇ ਜਿੱਧਰ ਤਾਕਤ ਹੋਵੇ, ਅਤੇ ਸਾਨੂੰ ਲੱਗਦਾ ਵੀ ਸਾਨੂੰ ਸਾਡੇ ਲੋਕਾਂ ਨੂੰ ਆਪਦੀ ਜਿਹੜੀ ਤਾਕਤ ਆ ਉਹ ਬਣਾਉਣੀ ਪੈਣੀ ਆ। ਅਤੇ ਜੇ ਤਾਕਤ ਹੋਊਗੀ ਤਾਂ ਉਹਦੀ ਸਭ ਤੋਂ ਵੱਡੀ ਉਦਾਹਰਨ ਇਹ ਕਿਸਾਨੀ ਅੰਦੋਲਨ ਆ। ਵੀ ਬੀਜੇਪੀ ਦੀ ਸਰਕਾਰ, ਜਿਹੜੀ ਮੋਦੀ ਦੀ ਸਰਕਾਰ, ਇਹ ਕਹਿੰਦੇ ਸੀ ਵੀ ਇਹ ਝੁਕਦੀ ਨਹੀਂ, ਇਹ ਪਿੱਛੇ ਨਹੀਂ ਮੁੜਦੀ, ਅਤੇ ਉਸ ਕਿਸਾਨੀ ਅੰਦੋਲਨ ਨੇ ਉਸ ਲੋਕਾਂ ਦੇ ਰੋਹ ਦੇ ਅੱਗੇ ਉਹਨੂੰ ਝੁਕਣ ਲਈ ਮਜਬੂਰ ਕੀਤਾ। ਅਤੇ ਇਹ ਇਸ ਗੱਲ ਦਾ ਸਭ ਤੋਂ ਵੱਡਾ ਪ੍ਰੂਫ ਆ ਵੀ ਇਕੱਲਾ ਇਹ ਨਹੀਂ ਹੈ ਵੀ ਇਹ ਸੱਤਾ ਦੇ ਵਿੱਚ ਜਾ ਕੇ ਵੋਟਾਂ ਦੇ ਵਿੱਚ ਜਿੱਤ ਕੇ ਹੀ ਇਸ ਗੱਲ ਨੂੰ ਬਦਲਿਆ ਜਾ ਸਕਦਾ। ਲੋਕਾਂ ਦੀ ਤਾਕਤ ਆ ਜਿਹੜੀ ਨਿਰਣਾਇਕ ਹੁੰਦੀ ਆ, ਅਤੇ ਉਹ ਇਸ ਗੱਲ ਦਾ ਸਭ ਤੋਂ ਵੱਡਾ ਐਗਜ਼ਾਮਪਲ ਆ ਸਾਡੇ ਲਈ ਵੀ ਮੋਦੀ ਸਰਕਾਰ ਨੂੰ ਜਿਹੜਾ ਕਿਸਾਨੀ ਅੰਦੋਲਨ ਨੇ ਪਿੱਛੇ ਧੱਕਿਆ। ਇਸ ਕਰਕੇ ਇਹ ਸਾਫ਼ ਆ ਵੀ ਲੋਕਾਂ ਨੂੰ ਆਪਦੀ ਤਾਕਤ ਆ ਜਿਹੜੀ ਉਹ ਬਣਾਉਣੀ ਪੈਣੀ ਆ, ਫੇਰ ਹੀ ਹੱਲ ਹੋਣਾ, ਨਹੀਂ ਕੋਈ ਹੱਲ ਨਹੀਂ ਹੈ। ਤੇ ਨਜ਼ੂਲ ਸੁਸਾਇਟੀ ਵਾਲੀ ਜ਼ਮੀਨ ਦਾ ਕੀ ਮਸਲਾ ਹੈ? ਇਹ 1956 ਦੇ ਵਿੱਚ ਦਲਿਤਾਂ ਦੇ ਲਈ ਇਹ ਕੋਆਪਰੇਟਿਵ ਫਾਰਮਿੰਗ ਦਾ ਇੱਕ ਫਾਰਮੂਲਾ ਲੈ ਕੇ ਆਏ, ਸੁਸਾਇਟੀਆਂ ਬਣਾ ਕੇ DSCLO ਸ਼ਡਿਊਲ ਕਾਸਟ ਮਤਲਬ ਕੋਆਪਰੇਟਿਵ ਸੁਸਾਇਟੀ ਉਹ ਬਣਾਈਆਂ ਵੀ ਦਲਿਤ ਇਸ ਜ਼ਮੀਨ ਦੇ ਉੱਤੇ ਖੇਤੀ ਕਰ ਸਕਦੇ ਨੇ। ਦਲਿਤਾਂ ਨੂੰ ਹੀ ਜਿਹੜੀ ਆ ਇਸ ਜ਼ਮੀਨ ਨੂੰ ਵਾਹੁਣ ਦਾ ਅਧਿਕਾਰ ਆ, ਹੋਰ ਕੋਈ ਉਹ ਅਪਰ ਕਾਸਟ ਇਹਨੂੰ ਵਾਹ ਨਹੀਂ ਸਕਦਾ, ਇਹਨੂੰ ਖਰੀਦ ਨਹੀਂ ਸਕਦਾ। ਪਰ 1956 ਤੋਂ ਲੈ ਕੇ ਉਹਨਾਂ ਤੋਂ ਜਿਹੜੀ ਉਹਦੀ ਜ਼ਮੀਨ ਦੀ ਹਿੱਸੇਦਾਰੀ ਆ ਉਹ ਵੀ ਭਰਾਈ ਗਈ, ਪਰ ਹੁਣ ਤੱਕ ਉਹਨਾਂ ਜ਼ਮੀਨਾਂ ਦਾ ਨਾ ਤਾਂ ਉਹਨਾਂ ਨੂੰ ਮਾਲਕੀ ਹੱਕ ਦਿੱਤਾ, ਔਰ ਬਹੁਤੀਆਂ ਜ਼ਮੀਨਾਂ ਪਾਣੀ ਦੀ ਘਾਟ ਕਰਕੇ ਜਿਹੜੇ ਨਾਲ ਲੱਗਦੇ ਖੇਤਾਂ ਦੇ ਜ਼ਿਮੀਂਦਾਰ ਸੀ ਉਹਨਾਂ ਨੇ ਉਹਨਾਂ ਜ਼ਮੀਨਾਂ ਨੂੰ ਬਹੁਤ ਥੋੜ੍ਹੇ ਪੈਸਿਆਂ ਦੇ ਵਿੱਚ ਖਰੀਦ ਲਿਆ ਜਾਂ ਨਜਾਇਜ਼ ਤੌਰ 'ਤੇ ਜਿਹੜੇ ਕਬਜ਼ੇ ਕਰ ਲਏ। ਜਦ ਕਿ ਦਲਿਤਾਂ ਦਾ ਜਿਹੜੀ ਇਹ ਕੋਆਪਰੇਟਿਵ ਸੁਸਾਇਟੀ ਬਣਾਈ ਸੀ, ਸਰਕਾਰ ਜੇ ਉਹਨੂੰ ਚਲਾਉਂਦੀ, ਅਸਲ ਦੇ ਵਿੱਚ ਜੇ ਰਿਜ਼ਰਵੇਸ਼ਨ ਵਾਲੀ ਜ਼ਮੀਨ ਦੀ ਗੱਲ ਕਰੀਏ ਪੰਚਾਇਤੀ ਦੀ ਉਹ ਵੀ, ਅਤੇ ਇਹ ਨਜ਼ੂਲ ਲੈਂਡ ਵੀ, ਇਹਦੇ 'ਤੇ ਬਣਦਾ ਇਹ ਸੀ ਵੀ ਗੌਰਮੈਂਟ ਦਲਿਤਾਂ ਨੂੰ ਜਿਹੜੀ ਇਹ ਰਾਖਵੀਂ ਜ਼ਮੀਨ ਦਿੰਦੀ ਆ ਉਹ ਇਸ ਕਰਕੇ ਦਿੰਦੀ ਆ ਵੀ ਉਹਨਾਂ ਦੇ ਹਾਲਾਤ ਸੁਧਰ ਸਕਣ, ਉਹਨਾਂ ਨੂੰ ਕੋਈ ਫਾਇਦਾ ਹੋ ਸਕੇ। ਪਰ ਜੇ ਉਹਨਾਂ ਦੇ ਵਿੱਚ ਵੀ ਇਹ ਕੰਪੀਟੀਸ਼ਨ ਕਰਾਉਂਦੇ ਨੇ ਤਾਂ ਉਹਨਾਂ ਨੂੰ ਕੀ ਫਾਇਦਾ ਹੋ ਸਕਦਾ ਇਹਦਾ, ਇਹ ਅਸੀਂ ਸਮਝ ਸਕਦੇ ਹਾਂ। ਔਰ ਉਹ ਨਜ਼ੂਲ ਜ਼ਮੀਨਾਂ ਭਾਵੇਂ ਉਹਨਾਂ ਨੂੰ ਮਿਲੀਆਂ ਤਾਂ ਸਹੀ, ਪਰ ਉਹ ਜ਼ਮੀਨਾਂ ਉੱਥੇ ਦੀਆਂ ਉੱਥੇ ਹੀ ਰਹਿ ਗਈਆਂ, ਕਿਉਂਕਿ ਨਾ ਤਾਂ ਉਹਨਾਂ 'ਚ ਪਾਣੀ ਦਾ ਪ੍ਰਬੰਧ ਹੋਇਆ, ਨਾ ਹੀ ਉਹਨਾਂ ਦੀਆਂ ਸੁਸਾਇਟੀਆਂ ਨੇ ਜਿਹੜੀਆਂ ਚੱਲਦੀਆਂ ਹੋਈਆਂ, ਜਿਹਦੇ ਕਰਕੇ ਉਹ ਇਸ ਜ਼ਮੀਨ ਤੋਂ ਬਾਹਰ ਰਹੇ। ਟੋਟਲ ਕਿੰਨੇ ਏਕੜ ਜ਼ਮੀਨ ਹੈਗੀ ਨਜ਼ੂਲ ਸੁਸਾਇਟੀ ਦੀ? ਇਹ ਲਗਭਗ 23,000 ਏਕੜ ਜ਼ਮੀਨ ਆ, ਅਤੇ ਉਸ ਸਮੇਂ ਇਹ 12,000 ਕੁਛ ਪਰਿਵਾਰਾਂ ਨੂੰ ਮਿਲੀ ਸੀ। ਅੱਜ ਦੀ ਡੇਟ ਦੇ ਵਿੱਚ ਜੇ ਦੇਖਣਾ ਹੋਵੇ ਤਾਂ ਇਸ ਨਜ਼ੂਲ ਲੈਂਡ ਦੇ ਵਿੱਚ ਹਿੱਸੇਦਾਰੀ ਘੱਟੋ ਘੱਟ 2 ਲੱਖ ਤੋਂ ਪਲੱਸ ਜਿਹੜੇ ਉਹ ਵੋਟਰ ਨੇ ਜਿਹੜੇ ਇਸ ਨਜ਼ੂਲ ਲੈਂਡ ਦੀ ਮਾਲਕੀ ਦੀ ਡਿਮਾਂਡ ਤਾਂ ਕਰ ਰਹੇ ਨੇ, ਪਰ ਉਹਨਾਂ ਨੂੰ ਇਗਨੋਰ ਕੀਤਾ ਜਾ ਰਿਹਾ। ਅੱਛਾ ਜੀ, ਅਤੇ ਮਤਲਬ ਇਹ ਜ਼ਮੀਨ ਕਿਹੜੇ ਕਿਹੜੇ ਡਿਸਟ੍ਰਿਕਟ ਦੇ ਵਿੱਚ ਹੈਗੀ ਆ? ਇਹ ਖਾਸ ਕਰ ਜਿਹੜਾ ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ, ਮਾਨਸਾ, ਬਰਨਾਲਾ, ਫਰੀਦਕੋਟ, ਲੁਧਿਆਣੇ ਦੇ ਵੀ ਕੁਝ ਪਿੰਡ ਹੈਗੇ ਨੇ, ਅਤੇ ਇਹ ਲਗਭਗ 11-12 ਡਿਸਟ੍ਰਿਕਟ ਦੇ ਵਿੱਚ ਜ਼ਮੀਨ ਹੈਗੀ ਆ। ਇਸ ਜ਼ਮੀਨ ਦੇ ਕਾਬਜ਼ ਕੌਣ ਆ, ਕੌਣ ਵਾਹ ਰਿਹਾ ਹੈ? ਇਹਦੇ 'ਚ ਜੇ ਇਹਨੂੰ ਜ਼ਮੀਨ ਨੂੰ ਦੇਖਣਾ ਹੋਵੇ ਤਾਂ 60% ਜ਼ਮੀਨ ਆ ਜਿਹੜੀ ਉਹ ਅਪਰ ਕਾਸਟ ਲੋਕ ਜਿਹੜੇ ਉਸ ਜ਼ਮੀਨ ਦੇ ਜਿਹਦੀ ਜ਼ਮੀਨ ਨੇੜੇ ਲੱਗਦੀ ਸੀ ਉਹਨਾਂ ਨੇ, ਜਾਂ ਅਫਸਰਸ਼ਾਹੀ ਨੇ ਇਹਨਾਂ ਜ਼ਮੀਨਾਂ ਨੂੰ ਆਪਦੇ ਕਬਜ਼ੇ 'ਚ ਲੈ ਲਿਆ। ਕਿਉਂਕਿ ਜਿੱਥੇ ਇਸ ਜ਼ਮੀਨ ਦਾ ਰੇਟ ਨਾਰਮਲੀ 20 ਲੱਖ ਪਰ ਏਕੜ ਚੱਲਦਾ, ਤਾਂ ਇਹ ਜ਼ਮੀਨ 2 ਲੱਖ ਪਰ ਏਕੜ ਦੇ ਹਿਸਾਬ ਨਾਲ ਉਹਨਾਂ ਨੇ 99 ਸਾਲੇ ਪੱਟੇ 'ਤੇ ਲੋਕਾਂ ਨੇ ਰਖਾ ਲਈ। ਔਰ ਦਲਿਤ ਨੇ ਜਿਹੜੇ ਉਹਨਾਂ ਨੂੰ ਉਹਦੇ 'ਚ ਕੋਈ ਸਹੂਲਤ ਨਾ ਹੋਣ ਕਰਕੇ, ਕਿਉਂਕਿ ਨਾ ਤਾਂ ਵਾਹੀ ਲਈ ਉਹਨਾਂ ਕੋਲ ਕੋਈ ਸਾਧਨ ਸੀ, ਨਾ ਹੀ ਉਹਨਾਂ ਦੀ ਜ਼ਮੀਨ ਦੇ ਵਿੱਚ ਪਾਣੀ ਦਾ ਪ੍ਰਬੰਧ ਸੀ, ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹਨਾਂ ਦੇ ਹੱਥੋਂ ਚਲੀਆਂ ਗਈਆਂ। ਨਹੀਂ ਜੇ ਉਹਨਾਂ ਨੂੰ ਉਹ ਸਹੂਲਤ ਮਿਲੀ ਹੁੰਦੀ ਤਾਂ ਸ਼ਾਇਦ ਹੋਰ ਜ਼ਮੀਨਾਂ ਨੇ ਜਿਹੜੀਆਂ ਉਹਨਾਂ ਦੀਆਂ ਬਣ ਜਾਂਦੀਆਂ,
ਪਰ ਇਹ ਸਰਕਾਰ ਦੀ ਨਲਾਇਕੀ ਕਰਕੇ ਉਹ ਜ਼ਮੀਨਾਂ ਅੱਜ ਅੱਧ ਤੋਂ ਵੱਧ ਜ਼ਮੀਨਾਂ ਦੇ ਉੱਤੇ ਨਜਾਇਜ਼ ਕਬਜ਼ੇ ਨੇ। 99 ਸਾਲ ਪਟੇ ਤੇ ਜੀ, ਜਿਹਦੀ ਕੋਈ ਵੈਲਿਊ ਨਹੀਂ। ਜਿਹੜਾ ਜੇ ਉਹਨੂੰ ਮਤਲਬ ਕਹਿ ਲਈਏ ਵੀ ਔਨ ਰਿਕਾਰਡ ਕਿਤੇ ਡਾਕੂਮੈਂਟ ਨੂੰ ਕਿਤੇ ਪੁਲਿਸ ਸਟੇਸ਼ਨ ਦੇ ਵਿੱਚ ਰੱਖਿਆ ਜਾਵੇ ਤਾਂ ਉਹ ਦੋਵਾਂ ਲੋਕਾਂ ਦੇ ਉੱਤੇ ਪਰਚਾ ਦਰਜ ਹੋਣਾ ਬਣਦਾ, ਜਿਹਨੇ ਉਹ ਜ਼ਮੀਨ ਵੇਚੀ ਆ ਅਤੇ ਜਿਹਨੇ ਖਰੀਦੀ ਆ। ਪਰ ਇੱਕ ਵੀ ਮੁਕੱਦਮਾ ਇਸ ਤਰ੍ਹਾਂ ਦਾ ਪੰਜਾਬ ਦੇ ਅੰਦਰ ਦਰਜ ਨਹੀਂ ਹੋਇਆ ਜਿੱਥੇ ਇਸ ਜ਼ਮੀਨ ਨੂੰ ਵੇਚਿਆ ਗਿਆ ਹੋਵੇ ਅਤੇ ਉਹ ਹਾਈ ਕੋਰਟ ਤੱਕ ਕੇਸ ਚੱਲਦੇ ਨੇ ਉਹਨਾਂ ਜ਼ਮੀਨਾਂ ਦੇ, ਪਰ ਨਾ ਇਹ ਡਿਪਾਰਟਮੈਂਟ ਉਹਦੇ 'ਤੇ ਕੋਈ ਕਾਰਵਾਈ ਕਰਨ ਨੂੰ ਤਿਆਰ ਆ ਅਤੇ ਨਾ ਹੀ ਗੌਰਮੈਂਟ ਇਹਦੇ 'ਤੇ ਸੀਰੀਅਸ ਆ ਵੀ ਉਹਨਾਂ ਨੂੰ ਉਹਨਾਂ ਦਾ ਹੱਕ ਮਿਲੇ। ਅੱਛਾ, ਅਤੇ ਜਿਹੜਾ ਕੋਆਪਰੇਟਿਵ ਸੁਸਾਇਟੀਜ਼ ਦੇ ਵਿੱਚ ਮੈਂਬਰਸ਼ਿਪ ਦਾ ਮਸਲਾ ਆ, ਉਹ ਕੀ ਸਾਰਾ ਸੀਨ ਹੈਗਾ? ਦੇਖੋ, ਜਿਹੜੀਆਂ ਪਿੰਡਾਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਨੇ ਇਹ ਬਿਲਕੁਲ ਪੰਚਾਇਤ ਦੀ ਤਰ੍ਹਾਂ ਨੇ, ਵੀ ਜਿਵੇਂ ਪਿੰਡ ਦੀ ਸੱਤਾ ਦਾ ਕਹਿ ਲਈਏ ਵੀ ਇਹ ਕੇਂਦਰ ਨੇ। ਹੁਣ ਜਦੋਂ ਦਲਿਤਾਂ ਨੂੰ ਉਸ ਜ਼ਮੀਨ ਦੀ ਇਹਨਾਂ ਕੋਆਪਰੇਟਿਵ ਸੁਸਾਇਟੀਆਂ ਦੀ ਹਿੱਸੇਦਾਰੀ ਦੀ ਗੱਲ ਆਉਂਦੀ ਆ ਤਾਂ ਸ਼ਾਦੀਹਰੀ ਪਿੰਡ ਦੇ ਜਿਹੜੇ 5 ਨੌਜਵਾਨ ਨੇ ਉਹਨਾਂ ਨੂੰ 1.5 ਮਹੀਨਾ ਜੇਲ੍ਹ ਦੇ ਵਿੱਚ ਸਿਰਫ ਇਸ ਕਰਕੇ ਡੱਕਿਆ ਗਿਆ ਵੀ ਉਹ ਕੋਆਪਰੇਟਿਵ ਸੁਸਾਇਟੀ ਦੇ ਵਿੱਚੋਂ ਆਪਦੀ ਹਿੱਸੇਦਾਰੀ ਮੰਗਦੇ ਸੀ। ਹੁਣ ਕਾਨੂੰਨ ਮੁਤਾਬਕ ਉਹਨਾਂ ਨੂੰ ਰੋਕਣ ਦਾ ਕੋਈ ਰਾਈਟ ਨਹੀਂ ਹੈ। ਅਸੀਂ ਇਸ ਡਿਪਾਰਟਮੈਂਟ ਦੇ ਜਿਹੜੇ DR ਨੇ JR ਨੇ ਉਹਨਾਂ ਤੋਂ ਅਧਿਕਾਰੀਆਂ ਤੋਂ ਮੰਗਿਆ ਵੀ ਸਾਨੂੰ ਕਿਤੇ ਕੋਈ ਇਹ ਰਿਕਾਰਡ ਦੇ ਵਿੱਚ ਹੈ ਕਿ ਬੇਜ਼ਮੀਨਿਆਂ ਨੂੰ ਨਹੀਂ ਬਣਾਇਆ ਜਾ ਸਕਦਾ ਤਾਂ ਤੁਸੀਂ ਸਾਨੂੰ ਦੱਸੋ, ਪਰ ਉਹਨਾਂ ਕੋਲ ਇਸ ਤਰ੍ਹਾਂ ਦਾ ਕੋਈ ਨਹੀਂ। ਉਹ ਕਹਿੰਦੇ ਬਣ ਸਕਦਾ ਕਾਨੂੰਨ ਮੁਤਾਬਕ, ਪਰ ਅਸੀਂ ਬਣਾਉਣਾ ਨਹੀਂ ਕਿਉਂਕਿ ਅੱਜ ਇਹ ਹਿੱਸੇਦਾਰੀ ਸੁਸਾਇਟੀ ਦੇ ਵਿੱਚ ਮੰਗਦੇ ਨੇ, ਕੱਲ੍ਹ ਨੂੰ ਇੱਥੋਂ ਲੋਨ ਮੰਗਣਗੇ, ਇਸ ਕਰਕੇ ਇਹਨਾਂ ਲੋਕਾਂ ਨੂੰ ਅਸੀਂ ਬਾਹਰ ਰੱਖਿਆ ਹੋਇਆ। ਅਤੇ ਇਹ ਸਪਸ਼ਟ ਉਹਨਾਂ ਦੀ ਪੋਜੀਸ਼ਨ ਆ ਔਰ ਇਸ ਕਰਕੇ ਪੰਜਾਬ ਦੇ ਅੰਦਰ ਦੁਆਬੇ ਦੇ ਵਿੱਚ ਜ਼ਰੂਰ ਉਹਨਾਂ ਸੁਸਾਇਟੀਆਂ ਦੇ ਮੈਂਬਰ ਸੀ, ਮਾਲਵੇ ਦੇ ਵਿੱਚ ਜਿਹੜੇ ਮੈਂਬਰਾਂ ਦੀ ਗਿਣਤੀ ਨਾ ਦੇ ਬਰਾਬਰ ਆ। ਹੁਣ ਇੰਨੀ ਸਟਰਗਲ ਲੜਨ ਤੋਂ ਬਾਅਦ ਕੁਝ ਕੁ ਪਿੰਡਾਂ 'ਚ ਉਹਨਾਂ ਨੇ ਜਿਹੜੇ ਮੈਂਬਰ ਤਾਂ ਬਣਾਏ ਨੇ, ਪਰ ਉਹਨਾਂ ਨੂੰ ਕਹਿੰਦੇ ਵੀ ਤੁਹਾਨੂੰ ਨਾ ਤਾਂ ਵੋਟ ਦਾ ਅਧਿਕਾਰ ਅਤੇ ਨਾ ਹੀ ਤੁਹਾਨੂੰ ਇਸ ਸੁਸਾਇਟੀ ਦੇ ਵਿੱਚੋਂ ਅਸੀਂ ਕੋਈ ਸਹੂਲਤ ਦੇਣੀ ਆ। ਇਹ ਕਹਿ ਕੇ ਮੈਂਬਰ ਬਣਾ ਰਹੇ ਨੇ ਜਦ ਕਿ ਕਾਨੂੰਨ ਮੁਤਾਬਕ ਉਹਨਾਂ ਦਾ ਹਿੱਸਾ ਬਣਦਾ, ਪਰ ਸਿਰਫ ਦਲਿਤ ਹੋਣ ਕਰਕੇ ਉਹਨਾਂ ਨੂੰ ਇਹ ਸੰਤਾਪ ਜਿਹੜਾ ਭੋਗਣਾ ਪੈ ਰਿਹਾ ਔਰ ਪ੍ਰਸ਼ਾਸਨ ਇਹਦੇ ਖਿਲਾਫ ਕਾਰਵਾਈ ਕਰਨ ਤੋਂ ਸਾਫ਼ ਟਾਲਾ ਵੱਟਦਾ। ਜਦੋਂ ਤੁਸੀਂ CM ਚੰਨੀ ਦੇ ਘਰ ਦੇ ਬਾਹਰ ਪ੍ਰੋਟੈਸਟ ਕਰਨ ਗਏ ਤੇ ਕਿਆ ਕੋਆਪਰੇਟਿਵ ਸੁਸਾਇਟੀ ਦੀ ਮੈਂਬਰਸ਼ਿਪ ਵੀ ਇੱਕ ਮੁੱਦਾ ਹੈਗੀ? ਬਿਲਕੁਲ, ਇਸ ਮੁੱਦੇ ਦੇ ਉੱਤੇ ਇਦੋਂ ਪਹਿਲਾਂ ਜਿਹੜਾ ਪਟਿਆਲੇ ਕੈਪਟਨ ਸਾਹਿਬ ਦੇ ਅੱਗੇ ਲੱਗਿਆ ਸੀ ਧਰਨਾ, ਉੱਥੇ ਇਹਨਾਂ ਦਾ ਸੁਸਾਇਟੀਆਂ ਦਾ ਜਿਹੜਾ ਜਨਰਲ ਰਜਿਸਟਰਾਰ ਆ ਉਹਨੇ ਲਿਖਤੀ ਰੂਪ ਦੇ ਵਿੱਚ ਉਹ ਨੋਟੀਫਿਕੇਸ਼ਨ ਜਾਰੀ ਕੀਤਾ, ਪਰ ਥੱਲੇ ਜਦੋਂ ਪਿੰਡ ਦੀ ਜਿਹੜੀ ਉਹ ਇਕਾਈ ਦੇ ਵਿੱਚ ਗੱਲ ਆਉਂਦੀ ਆ, ਸੁਸਾਇਟੀ ਦੀ ਗੱਲ ਆਉਂਦੀ ਆ, ਤਾਂ ਉੱਥੇ ਉਹ ਸਾਫ਼ ਤੌਰ 'ਤੇ ਜਿਹੜੇ ਪ੍ਰਧਾਨ ਨੇ ਚੁਣੇ ਹੋਏ ਜਾਂ ਸੈਕਟਰੀ ਨੇ ਉਹ ਕਹਿ ਦਿੰਦੇ ਨੇ ਵੀ ਅਸੀਂ ਤੁਹਾਨੂੰ ਮੈਂਬਰ ਨਹੀਂ ਬਣਾਉਣਾ, ਜੀ ਤੋਂ ਲਿਖਾ ਕੇ ਦੇਣਾ, ਜੀ ਤੋਂ ਮਰਜ਼ੀ ਲਿਖਾ ਦਿਓ, ਅਸੀਂ ਇਹਨੂੰ ਇੰਪਲੀਮੈਂਟ ਨਹੀਂ ਕਰਦੇ। ਅਤੇ ਇਹ ਉਹਨਾਂ ਦੀ ਪੋਜੀਸ਼ਨ ਆ ਔਰ ਅਧਿਕਾਰੀ ਨੇ ਜਿਹੜੇ ਉਹ ਕਿਤੇ ਵੀ ਉਹਨਾਂ ਦੇ ਖਿਲਾਫ ਇਸ ਗੱਲ ਦੀ ਕਾਰਵਾਈ ਕਰਨ ਤੋਂ ਜਿਹੜਾ ਉਹ ਟਾਲਾ ਵੱਟਦੇ ਨੇ। ਮੈਨੂੰ ਲੱਗਦਾ ਵੀ ਜੇ ਉਹ ਕਾਰਵਾਈ ਹੋਵੇ ਤਾਂ ਸ਼ਾਇਦ ਇਹ ਕੰਮ ਆ ਜਿਹੜਾ ਸੁਧਰ ਜਾਵੇ, ਪਰ ਦਲਿਤ ਹੋਣ ਕਰਕੇ ਉਹਨਾਂ ਦੀ ਜਿਹੜੀ ਕੋਈ ਸੁਣਵਾਈ ਆ ਲੋਕਾਂ ਦੀ ਨਹੀਂ ਹੁੰਦੀ। ਲੈਂਡ ਸੀਲਿੰਗ ਐਕਟ ਦਾ ਕੀ ਮੁੱਦਾ ਆ ਅਤੇ ਉਹਦੀ ਤੁਸੀਂ ਕਿਉਂ ਡਿਮਾਂਡ ਕਰਦੇ ਆ ਇੰਪਲੀਮੈਂਟੇਸ਼ਨ ਦੀ? ਲੈਂਡ ਸੀਲਿੰਗ ਐਕਟ 1972 ਦੇ ਵਿੱਚ ਅਸਲ ਦੇ ਵਿੱਚ ਪਹਿਲਾਂ 1956 ਤੋਂ 62 ਤੱਕ ਇੱਕ ਜਿਹੜਾ ਸੀਲਿੰਗ ਐਕਟ ਬਣਦਾ, ਜਿਹਦੇ 'ਚ ਇੱਕ ਵਿਅਕਤੀ ਜਿਹੜਾ 17.5 ਕਿੱਲੇ ਜ਼ਮੀਨ ਰੱਖ ਸਕਦਾ। ਫਿਰ 1972 ਦੇ ਵਿੱਚ ਦੁਬਾਰਾ ਜਾ ਕੇ ਉਹ ਇੱਕ ਐਕਟ ਬਣਦਾ ਜਿਹਦੇ 'ਚ ਇੱਕ ਪਰਿਵਾਰ ਮਤਲਬ 17.5 ਕਿੱਲੇ ਜ਼ਮੀਨ ਰੱਖ ਸਕਦਾ। ਪਰ ਅੱਜ ਵੀ 17.5 ਕਿੱਲੇ ਤੋਂ ਉੱਪਰ ਦੀਆਂ ਜ਼ਮੀਨਾਂ ਦੇ ਸੈਂਕੜੇ ਲੋਕ ਨੇ ਜਿਹੜੇ ਹਜ਼ਾਰਾਂ ਕਿੱਲੇ ਦੇ ਮਾਲਕ ਨੇ ਉਹ ਬੈਠੇ ਨੇ। ਉਹ ਕੋਈ ਟਰਸਟ ਦੇ ਨਾਂ 'ਤੇ ਕੋਈ ਵੱਖਰੇ ਢੰਗਾਂ ਨਾਲ ਉਹਨਾਂ ਜ਼ਮੀਨਾਂ ਨੂੰ ਰੱਖੀ ਬੈਠੇ ਨੇ। ਅਸੀਂ ਇਹ ਚਾਹੁੰਦੇ ਹਾਂ ਵੀ ਜਦੋਂ ਇਹ ਕਾਨੂੰਨ ਬਣਿਆ ਹੋਇਆ ਵੀ 17.5 ਏਕੜ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ, ਤਾਂ ਫਿਰ ਉੱਪਰਲੀ ਜ਼ਮੀਨ ਜਿਹੜੀ ਆ ਬੇਜ਼ਮੀਨੇ ਲੋਕਾਂ 'ਚ ਵੰਡਣ ਦਾ ਕੰਮ, ਉਸ ਕਾਨੂੰਨ ਨੂੰ ਇੰਪਲੀਮੈਂਟ ਕਰਨ ਦਾ ਕੰਮ ਆ ਜਿਹੜਾ ਸਰਕਾਰ ਕਿਉਂ ਨਹੀਂ ਕਰ ਰਹੀ? ਇਹਦੇ 'ਤੇ ਪਹਿਲਾਂ ਕੈਪਟਨ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ, ਇੱਕ ਹਫ਼ਤੇ ਬਾਅਦ ਉਹ ਵਾਪਸ ਹੋ ਜਾਂਦਾ। ਫਿਰ ਜਦੋਂ ਹੁਣ ਚੰਨੀ ਸਾਹਿਬ ਬਣਦੇ ਨੇ ਇਹ ਨੋਟੀਫਿਕੇਸ਼ਨ ਜਾਰੀ ਕਰਦੇ ਨੇ ਜਿਹਨੂੰ 4 ਘੰਟਿਆਂ ਬਾਅਦ ਦੁਬਾਰਾ ਵਾਪਸ ਲੈ ਲਿਆ ਜਾਂਦਾ ਵੀ ਨਹੀਂ, ਕਿਉਂਕਿ ਉਹਨਾਂ ਜ਼ਮੀਨਾਂ 'ਤੇ ਕਾਬਜ਼ ਲੋਕ ਨੇ ਜਿਹੜੇ ਉਹੀ ਵੱਡੇ ਜਿਹੜੇ ਆਫਿਸਰ ਨੇ ਜਾਂ ਕਹਿ ਲਈਏ ਵੀ ਵੱਡੇ ਜਿਹੜੇ ਮਿਨਿਸਟਰ ਨੇ, ਉਹਨਾਂ ਕੋਲ ਹੀ ਇਹ ਸਾਰੀਆਂ ਜ਼ਗੀਰਾਂ ਨੇ ਅਤੇ ਉਹ ਕਦੇ ਵੀ ਨਹੀਂ ਚਾਹੁੰਣਗੇ ਵੀ ਇਹ ਜ਼ਮੀਨਾਂ ਦੀ ਵੰਡ ਹੋਵੇ। ਇਸ ਕਰਕੇ ਕਿਉਂਕਿ ਉਹ ਉੱਪਰ ਕਾਬਜ਼ ਨੇ ਇਹ ਸਾਰੇ ਸਿਸਟਮ ਦੇ, ਅਤੇ ਉਹ ਉਹਨਾਂ ਜ਼ਮੀਨਾਂ ਨੂੰ ਬਚਾਈ ਰੱਖਣ ਨੂੰ ਹਰ ਤਰ੍ਹਾਂ ਦੀ ਜਿਹੜੀ ਕੋਸ਼ਿਸ਼ਾਂ ਕਰਦੇ ਆ। ਔਰ ਇਸੇ ਲਈ ਅਸੀਂ ਇਹ ਡਿਮਾਂਡ ਕਰਦੇ ਹਾਂ ਵੀ ਜੇ
ਜਿਹੜੇ ਲੋਕ ਉਸ ਜ਼ਮੀਨ ਦੇ ਵਿੱਚ ਮਿਹਨਤ ਕਰਦੇ ਨੇ ਉਹਨਾਂ ਦੇ ਵਿੱਚ ਇਹ ਜ਼ਮੀਨ ਵੰਡੀ ਜਾਊਗੀ। ਜਿਹੜੇ ਲੋਕ ਉਸ ਜ਼ਮੀਨ ਦੇ ਵਿੱਚ ਕੋਈ ਮਿਹਨਤ ਹੀ ਨਹੀਂ ਕਰਦੇ, ਮੰਨ ਲਓ ਕੋਈ 17.5 ਕਿੱਲੇ ਦਾ ਕਾਨੂੰਨ ਆ, ਉਦੋਂ ਉੱਪਰ ਇੱਥੇ ਜ਼ਮੀਨ ਰੱਖੀ ਬੈਠਾ, ਤਾਂ ਇਹ ਸਰਕਾਰ ਦਾ ਪਹਿਲਾ ਫਰਜ਼ ਬਣਦਾ ਵੀ ਉਸ ਜ਼ਮੀਨ ਨੂੰ ਵੰਡਣ। ਪਰ ਉਹ ਵੰਡਣ ਦੀ ਬਜਾਏ ਉਹ ਹੋਰ ਜ਼ਮੀਨ ਬਣਾਉਣ ਦੇ ਵਾਲੇ ਪਾਸੇ ਨੂੰ ਚੱਲਦੇ ਨੇ ਅਤੇ ਸਰਕਾਰ ਉਹਨੂੰ ਸਪੋਰਟ ਕਰਦੀ ਆ। ਈਵਨ ਕਿ 2017 ਦੇ ਵਿੱਚ ਇਹਨਾਂ ਨੇ ਉਸ ਕਾਨੂੰਨ ਦੇ ਵਿੱਚ ਅਮੈਂਡਮੈਂਟ ਕਰਕੇ ਇਹ ਕਿਹਾ ਕਿਸੇ ਨੂੰ ਇੰਡਸਟਰੀ ਵਾਸਤੇ 17.5 ਕਿੱਲੇ ਤੋਂ ਵੱਧ ਜ਼ਮੀਨ ਜਿਹੜੀ ਲੈਣ ਦੀ ਲੋੜ ਹੋਵੇ ਤਾਂ ਉਹ ਲੈ ਸਕਦਾ। ਇਹ ਉਹਨਾਂ ਨੇ ਨਵੇਂ ਮਤਲਬ ਇਹਨੂੰ ਰਾਹ ਖੋਲ੍ਹੇ ਨੇ, ਬਜਾਏ ਇਸ ਦੇ ਕਿ 17.5 ਕਿੱਲੇ ਤੋਂ ਉੱਪਰ ਦੀ ਵੰਡਣ ਵਾਲੇ ਪਾਸੇ ਨੂੰ ਤੁਰਦੇ। ਬੇਸਿਕਲੀ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਜੀ ਜੱਟਾਂ ਨੇ ਜਿਹੜੀ ਜ਼ਮੀਨ ਆ ਉਹ ਮਿਹਨਤ ਦੇ ਨਾਲ ਬਣਾਈ ਹੋਈ ਆ, ਅਤੇ ਹੁਣ ਇਹ ਫੜ ਚਾਹੁੰਦੇ ਆ ਕਿ ਉਹਨੂੰ ਖੋਹ ਕੇ ਦਲਿਤਾਂ ਨੂੰ ਦੇ ਦਿੱਤੀ ਜਾਵੇ। ਕਿ ਆ 17.5 ਕਿੱਲੇ ਤੋਂ ਜ਼ਿਆਦਾ ਜ਼ਮੀਨ ਜਿਹੜੀ ਆ ਉਹ ਇਕੱਲੇ ਜੱਟਾਂ ਦੇ ਕੋਲ ਆ, ਉਹਦੀ ਮਾਰ ਇਕੱਲੇ ਦਲਿਤਾਂ 'ਤੇ ਹੀ ਪੈਂਦੀ ਹੈ ਕਿ ਜਾਂ ਫਿਰ ਸਾਰੀਆਂ ਕਮਿਊਨਿਟੀਜ਼ ਦੇ? ਦੇਖੋ ਇਹ ਸਾਨੂੰ ਲੱਗਦਾ ਵੀ ਜਿਹੜਾ ਦਲਿਤਾਂ ਅਤੇ ਜੱਟਾਂ ਦੇ ਵਿੱਚ ਵਿਵਾਦ ਖੜਾ ਕਰਕੇ ਉਹਨਾਂ ਨੂੰ ਆਪਸੀ ਦੇ ਵਿੱਚ ਲੜਾ ਕੇ ਜਿਹੜੇ ਉਹ ਵੱਡੇ ਸਰਦਾਰ ਨੇ ਉਹਨਾਂ ਜ਼ਮੀਨਾਂ ਨੂੰ ਆਪਦੇ ਕੋਲ ਬਰਕਰਾਰ ਰੱਖਣਾ ਚਾਹੁੰਦੇ ਨੇ। ਨਹੀਂ 85% ਮਤਲਬ ਕਿਸਾਨੀ ਆ ਜਿਹੜੀ 5 ਏਕੜ ਤੱਕ ਦੀ ਆ, ਉਹਨਾਂ ਦੀ ਕਿਹੜੀ ਜ਼ਮੀਨ ਖੋਹੀ ਜਾਊਗੀ? ਅਸੀਂ ਤਾਂ ਕਹਿੰਦੇ ਆ ਵੀ ਜਿਹੜੇ ਬੇਜ਼ਮੀਨੇ ਨੇ, ਜਿਹੜੇ ਛੋਟੇ ਕਿਸਾਨ ਨੇ, ਉਹਨਾਂ ਨੂੰ ਵੀ ਉਸ ਜ਼ਮੀਨ ਦੀ ਹਿੱਸੇਦਾਰੀ ਮਿਲੇ। ਇਸ ਕਰਕੇ ਇਹ ਉਹਨਾਂ ਜਿਹੜੇ ਉੱਪਰ ਵਾਲੇ ਨੇ ਉਹਨਾਂ ਵੱਲੋਂ ਇਹ ਪ੍ਰੋਪੇਗੰਡਾ ਕੀਤਾ ਜਾਂਦਾ, ਕਿਉਂਕਿ ਉਹਨਾਂ ਕੋਲ ਪੈਸਾ ਅਤੇ ਪ੍ਰੋਪੇਗੰਡੇ ਦੇ ਸਾਧਨ ਨੇ ਜਿਨ੍ਹਾਂ ਰਾਹੀਂ ਉਹ ਇਹ ਲੋਕਾਂ 'ਚ ਇਹ ਵਹਿਮ ਖੜਾ ਕਰਦੇ ਨੇ ਵੀ ਜਿਹੜੇ ਇਹ ਜ਼ਮੀਨ ਪ੍ਰਾਪਤੀ ਵਾਲੇ ਨੇ ਜਾਂ ਦਲਿਤ ਨੇ ਇਹ ਜੱਟਾਂ ਦੀਆਂ ਜ਼ਮੀਨਾਂ ਵੰਡਣ ਦੀ ਗੱਲ ਕਰਦੇ ਨੇ, ਜਦ ਕਿ ਸਾਡੀ ਮੰਗ ਦੇ ਵਿੱਚ ਸਪੈਸ਼ਲੀ ਇਹ ਲਿਖਿਆ ਹੋਇਆ ਵੀ ਬੇਜ਼ਮੀਨੇ ਅਤੇ ਛੋਟੇ ਕਿਸਾਨਾਂ ਅਤੇ ਬੇਜ਼ਮੀਨੇ ਲੋਕਾਂ 'ਚ ਇਹ ਜਿਹੜੀ ਜ਼ਮੀਨ ਆ ਉਹ ਵੰਡੀ ਜਾਣੀ ਚਾਹੀਦੀ ਆ। ਕੋਈ ਇੱਦਾਂ ਦੀ ਐਗਜ਼ਾਮਪਲ ਹੈਗੀ ਕਿ ਜਿਹਦੇ 'ਚ ਕਿਸੇ ਵੱਡੇ ਸਰਦਾਰ ਨੇ ਜਿਹੜੇ ਛੋਟੇ ਕਿਸਾਨ ਆ ਉਹਨਾਂ ਨੂੰ ਬੇਜ਼ਮੀਨੇ ਬਣਾ ਦਿੱਤਾ ਹੋਵੇ? ਦੇਖੋ ਜਦੋਂ ਤੋਂ ਪਹਿਲਾਂ ਜਿਵੇਂ ਆੜਤ ਦਾ ਕੰਮ ਆ ਜਿਹੜਾ ਉਹ ਸਿਰਫ ਬਾਣੀਆਂ ਕਮਿਊਨਿਟੀ ਕਰਦੀ ਸੀ, ਹੁਣ ਜਦੋਂ ਤੋਂ ਜਿਹੜੀ ਜੱਟ ਕਮਿਊਨਿਟੀ ਆ ਉਹ ਆੜਤ ਦੇ ਵਿੱਚ ਆਈ ਆ, ਉਹਨਾਂ ਨੇ ਉਹਨਾਂ ਦੀਆਂ ਜ਼ਮੀਨਾਂ ਨੂੰ ਵਾਢਾ ਲਾਇਆ। ਅਤੇ ਤੁਸੀਂ ਇਹ ਬਹੁਤ ਸਾਰੀਆਂ ਸੈਂਕੜੇ ਉਦਾਹਰਨਾਂ ਦੇਖ ਸਕਦੇ ਹੋ ਵੀ ਜਿਹੜੇ 2-2 4-4 ਕਿੱਲਿਆਂ ਵਾਲੇ ਜਿਹੜੇ ਜ਼ਿਮੀਂਦਾਰ ਸੀ ਉਹ ਜ਼ਮੀਨਾਂ ਤੋਂ ਵਿਹਲੇ ਹੋ ਕੇ ਅੱਜ ਉਹ ਦਿਹਾੜੀਆਂ ਵਾਲੇ ਪਾਸੇ ਹੋ ਗਏ ਜਾਂ ਉਹਨਾਂ ਕੋਲ ਨਾ ਮਾਤਰ ਜ਼ਮੀਨਾਂ ਰਹਿ ਗਈਆਂ, ਔਰ ਉਹ ਸਾਰੀਆਂ ਜ਼ਮੀਨਾਂ ਉਹਨਾਂ ਜਿਹੜੇ ਜ਼ਿਮੀਂਦਾਰ ਕਮਿਊਨਿਟੀ 'ਚੋਂ ਆੜਤੀਏ ਬਣੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਗਈਆਂ ਨੇ। ਉਹਨਾਂ ਦੀਆਂ ਉਹ 5 ਏਕੜ ਤੋਂ 50 ਤੇ ਚਲੀਆਂ ਜਾਂਦੀਆਂ ਨੇ, ਅਤੇ ਇੱਕ ਜਿਹੜਾ 2 ਏਕੜ ਵਾਲਾ ਉਹਦੀ ਜ਼ਮੀਨ ਆ ਜਿਹੜੀ ਉਹ 0 ਤੇ ਆ ਜਾਂਦੀ ਆ ਜਾਂ ਅੱਧੇ ਏਕੜ ਤੇ ਆ ਜਾਂਦੀ ਆ। ਇਹੋ ਜਿਹੀਆਂ ਸੈਂਕੜੇ ਉਦਾਹਰਨਾਂ ਨੇ, ਕੋਈ ਇੱਕ ਨਹੀਂ। ਬਹੁਤ ਬਹੁਤ